Hey, welcome everyone to our YouTube channel AY Inspire Hub. Today is day 15th of our IELTS course. एक बेसिक टू एडवांस ਲੈਵਲ ਦਾ ਕੋਰਸ ਆ ਜੋ ਪੰਜਾਬੀ ਲੈਂਗੁਏਜ ਦੇ ਥਰੂ ਕਰਾਇਆ ਜਾ ਰਿਹਾ ਵਾ। ਬਿਗਨਰਸ ਲਈ ਬੈਸਟ ਕੋਰਸ ਹੋਏਗਾ, ਨਾਲ ਦੀ ਨਾਲ ਇੱਕ IELTS ਦਾ ਕੰਪਲੀਟ ਕੋਰਸ ਵੀ ਹੋਏਗਾ। ਪ੍ਰੋਪਰ ਪ੍ਰੈਕਟਿਸ ਵੀ ਕਰਾਈ ਜਾਏਗੀ, ਸ਼ਾਰਟਸ ਵੀਡੀਓ ਵੀ ਅਪਲੋਡ ਹੋ ਰਹੀਆਂ ਵਾ ਫॉर ਕੁਇਕ ਨੌਲੇਜ। ਜੇ ਤੁਸੀਂ ਇੰਗਲਿਸ਼ ਲੈਂਗੁਏਜ ਬਾਰੇ ਕੁਝ ਵੀ ਨਹੀਂ ਜਾਣਦੇ ਤਾਂ ਤੁਸੀਂ ਇਸ YouTube ਚੈਨਲ ਦੇ ਉੱਤੇ ਪਲੇਲਿਸਟ ਸੈਕਸ਼ਨ ਦੇ ਵਿੱਚ ਜਾ ਕੇ ਇੰਗਲਿਸ਼ ਲੈਂਗੁਏਜ ਦਾ ਕੋਰਸ ਦੇਖ ਸਕਦੇ ਜੇ। ਉਹ ਬਿਗਨਰਸ ਲਈ ਬਣਾਇਆ ਗਿਆ ਵਾ। Here's about me, my name is ਅਜੇਜੀਤ ਸਿੰਘ ਤੇ ਤੁਸੀਂ ਇੰਸਟਾਗ੍ਰਾਮ ਦੇ ਉੱਤੇ AY Inspire Hub ਨਾਂ ਦੇ ਪੇਜ ਨੂੰ ਫੋਲੋ ਕਰ ਸਕਦੇ ਜੇ। ਉੱਥੇ ਵੀ ਤੁਹਾਨੂੰ ਬਹੁਤ ਸਾਰਾ ਲਰਨਿੰਗ ਮਟੀਰੀਅਲ ਮਿਲੇਗਾ। ਐਂਡ ਹੇਅਰ ਇਜ਼ ਆਵਰ YouTube ਚੈਨਲ AY Inspire Hub. Like, subscribe, share, comment and press the bell icon. Check playlist for proper sequence of all courses. ਇਸ ਚੈਨਲ ਦੇ ਉੱਤੇ ਜਿੰਨੇ ਵੀ ਕੋਰਸਿਸ ਹੋਣਗੇ ਉਹਨਾਂ ਦੇ ਪ੍ਰੋਪਰ ਸੀਕੁਐਂਸ ਲਈ ਪਲੇਲਿਸਟ ਸੈਕਸ਼ਨ ਦੇ ਉੱਤੇ ਜਾਓ। ਉੱਥੇ ਤੁਹਾਨੂੰ ਹਰ ਇੱਕ ਵੀਡੀਓ ਪ੍ਰੋਪਰ ਸੀਕੁਐਂਸ ਦੇ ਵਿੱਚ ਮਿਲ ਜਾਏਗੀ। Our today's quote is by Marlin Vos 7. To acquire knowledge, one must study, but to acquire wisdom, one must observe. ਗਿਆਨ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਅਧਿਐਨ ਕਰਨਾ ਚਾਹੀਦਾ ਹੈ, ਪਰ ਬੁੱਧੀ ਪ੍ਰਾਪਤ ਕਰਨ ਲਈ ਸਾਨੂੰ ਨਿਰੀਖਣ ਕਰਨਾ ਚਾਹੀਦਾ ਹੈ। ਰਾਈਟਿੰਗ ਮੋਡਿਊਲ ਪਾਰਟ 1 ਅਕੈਡਮਿਕ ਰਿਪੋਰਟ ਰਾਈਟਿੰਗ। ਅਕੈਡਮਿਕ ਦੇ ਵਿੱਚ ਰਿਪੋਰਟ ਰਾਈਟਿੰਗ ਆਉਂਦੀ ਆ ਆਪਾਂ ਨੂੰ ਰਾਈਟਿੰਗ ਮੋਡਿਊਲ ਦੇ ਵਿੱਚ। 6 ਟਾਈਪ ਦੀ ਰਿਪੋਰਟ ਰਾਈਟਿੰਗ ਜਿਹੜੀ ਉਹ ਆਪਾਂ ਨੂੰ ਆ ਸਕਦੀ ਆ ਰਾਈਟਿੰਗ ਮੋਡਿਊਲ ਦੇ ਵਿੱਚ। ਲਾਈਨ ਗ੍ਰਾਫ, ਪਾਈ ਚਾਰਟ, ਬਾਰ ਗ੍ਰਾਫ, ਟੇਬਲ, ਮੈਪ, ਪ੍ਰੋਸੈਸ ਚਾਰਟ। ਇਹਨਾਂ ਟਾਈਪਸ ਨੂੰ ਚੰਗੀ ਤਰ੍ਹਾਂ ਦੇਖੋ। ਇਹਨਾਂ ਦੇ ਮੌਕ ਟੈਸਟ ਲਈ ਗੂਗਲ 'ਤੇ ਸਰਚ ਕਰੋ ਅਤੇ ਉਹਨਾਂ ਦੀ ਪ੍ਰੈਕਟਿਸ ਕਰੋ। ਰਾਈਟਿੰਗ ਮੋਡਿਊਲ ਪਾਰਟ 1 ਜਨਰਲ ਟ੍ਰੇਨਿੰਗ ਲੈਟਰ। ਜਨਰਲ ਟ੍ਰੇਨਿੰਗ ਲਈ ਲੈਟਰ ਆਉਂਦੀ ਆ ਆਪਾਂ ਨੂੰ ਰਾਈਟਿੰਗ ਮੋਡਿਊਲ ਦੇ ਵਿੱਚ। ਲੈਟਰ ਜਿਹੜੀ ਉਹ ਤਿੰਨਾਂ ਤਰੀਕਿਆਂ ਦੀ ਹੁੰਦੀ ਆ, ਯਾਨੀ ਕਿ 3 ਟਾਈਪਸ ਦੀ ਹੁੰਦੀ ਆ। ਫਾਰਮਲ, ਸੈਮੀ ਫਾਰਮਲ, ਇਨਫਾਰਮਲ। ਫਾਰਮਲ ਉਹ ਲੈਟਰ ਹੁੰਦੀ ਆ ਜਿਹੜੀ ਆਪਾਂ ਲਿਖਦੇ ਹਾਂ ਓਫੀਸ਼ੀਅਲ ਪਰਪਸ ਲਈ, ਕਿਸੇ ਅਥੋਰਿਟੀ ਨੂੰ ਜਾਂ ਕਿਸੇ ਡਿਗਨੇਟਰੀ ਨੂੰ ਜਾਂ ਕਿਸੇ ਕੁਲੀਗ ਨੂੰ। ਸੈਮੀ ਫਾਰਮਲ ਉਹ ਲੈਟਰ ਹੁੰਦੀ ਆ ਜਿਹੜੀ ਆਪਾਂ ਕਿਸੇ ਉਸ ਵਿਅਕਤੀ ਨੂੰ ਲਿਖਦੇ ਹਾਂ ਜਿਸ ਨੂੰ ਆਪਾਂ ਜਾਣਦੇ ਹੁੰਦੇ ਹਾਂ ਪਰ ਆਪਣਾ ਉਹਦੇ ਨਾਲ ਕੋਈ ਪਰਸਨਲ ਰਿਲੇਸ਼ਨਸ਼ਿਪ ਨਹੀਂ ਹੁੰਦਾ। ਥਰਡ ਇਨਫਾਰਮਲ। ਇਨਫਾਰਮਲ ਉਹ ਹੁੰਦੀ ਆ ਜਿਹੜੀ ਆਪਾਂ ਆਪਣੇ ਕਿਸੇ ਨੋਨ ਪਰਸਨ ਨੂੰ ਲਿਖਦੇ ਹਾਂ, ਫੋਰ ਐਗਜ਼ਾਮਪਲ ਫਰੈਂਡ ਔਰ ਫੈਮਿਲੀ ਮੈਂਬਰ। ਰਾਈਟਿੰਗ ਮੋਡਿਊਲ ਪਾਰਟ 1 ਜਨਰਲ ਟ੍ਰੇਨਿੰਗ ਲੈਟਰ। ਜਨਰਲ ਟ੍ਰੇਨਿੰਗ ਦੇ ਵਿੱਚ ਜਿਹੜੀ ਫਾਰਮਲ ਲੈਟਰ ਆ ਉਸ ਦੀ ਐਗਜ਼ਾਮਪਲ ਦੇਖੋ। ਇਸ ਦੇ ਉੱਤੇ ਤੁਸੀਂ 20 ਮਿੰਟ ਜਿਹੜੇ ਇਸ ਟਾਸਕ ਦੇ ਉੱਤੇ ਸਪੈਂਡ ਕਰਨੇ ਹੁੰਦੇ ਆ। ਇਸ ਦੇ ਵਿੱਚ ਕੀ ਆ ਕਿ ਕੋਈ ਸ਼ਾਰਟ ਕੁਕਰੀ ਕੋਰਸ ਕੀਤਾ ਵਾ, ਉਸ ਦੇ ਨਾਲ ਰਿਲੇਟਡ ਤੁਸੀਂ ਕੋਰਸ ਦੇ ਡਾਇਰੈਕਟਰ ਨੂੰ ਜਿਹੜੀ ਉਹ ਲੈਟਰ ਲਿਖਣੀ ਆ। ਇਸ ਲੈਟਰ ਦੇ ਵਿੱਚ ਤੁਸੀਂ ਡਿਸਕਰਾਈਬ ਕਰਨਾ ਵਾਟ ਯੂ ਇੰਜੋਇਡ ਅਬਾਊਟ ਦਾ ਕੋਰਸ, ਸੇ ਹਾਊ ਮਚ ਕੁਕਿੰਗ ਯੂ ਹੈਵ ਡਨ ਸਿੰਸ ਦਾ ਕੋਰਸ, ਸੁਜੈਸਟ ਅਨਦਰ ਕੁਕਰੀ ਕੋਰਸ ਯੂ ਵੁਡ ਲਾਈਕ ਦਾ ਸਕੂਲ ਟੂ ਆਫਰ। 150 ਵਰਡਸ ਦੇ ਵਿੱਚ ਇਸ ਲੈਟਰ ਨੂੰ ਲਿਖਣਾ ਵਾ। ਐਡਰੈਸ ਲਿਖਣ ਦੀ ਲੋੜ ਨਹੀਂ ਆ ਅਤੇ ਤੁਸੀਂ ਆਪਣੀ ਜਿਹੜੀ ਲੈਟਰ ਆ ਉਹਨੂੰ ਸਟਾਰਟ ਕਰੋਗੇ ਡੀਅਰ ਸਰ ਔਰ ਮੈਡਮ ਤੋਂ। ਰਾਈਟਿੰਗ ਮੋਡਿਊਲ ਪਾਰਟ 1 ਜਨਰਲ ਟ੍ਰੇਨਿੰਗ ਲੈਟਰ। ਇਸ ਦੇ ਵਿੱਚ ਸੈਮੀ ਫਾਰਮਲ ਲੈਟਰ ਦੀ ਐਗਜ਼ਾਮਪਲ ਦੇਖੋ। 20 ਮਿੰਟਸ ਇਸ 'ਤੇ ਸਪੈਂਡ ਕਰਨੇ ਆ ਇਸ ਟਾਸਕ ਦੇ ਉੱਤੇ। ਇਸ ਦੇ ਵਿੱਚ ਕੀ ਆ ਕਿ ਤੁਸੀਂ ਕਿਸੇ ਇੰਟਰਨੈਸ਼ਨਲ ਕੰਪਨੀ ਲਈ ਵਰਕ ਕਰਦੇ ਜੇ ਅਤੇ ਤੁਸੀਂ 6 ਮਹੀਨੇ ਜਿਹੜੇ ਉਹ ਸਪੈਂਡ ਕਰਨਾ ਚਾਹੁੰਦੇ ਜੇ ਇਸ ਦੇ ਹੈੱਡ ਆਫਿਸ ਦੇ ਵਿੱਚ ਕੰਮ ਕਰਨ ਲਈ। ਉਸ ਦੇ ਨਾਲ ਰਿਲੇਟਡ ਤੁਸੀਂ ਇੱਕ ਲੈਟਰ ਲਿਖਣੀ ਆ ਆਪਣੇ ਮੈਨੇਜਰ ਨੂੰ ਅਤੇ ਲੈਟਰ ਦੇ ਵਿੱਚ ਕੀ ਕਰਨਾ ਤੁਸੀਂ ਕਿ ਐਕਸਪਲੇਨ ਵਾਈ ਯੂ ਵਾਂਟ ਟੂ ਵਰਕ ਇਨ ਦਾ ਕੰਪਨੀਜ਼ ਹੈੱਡ ਆਫਿਸ ਫॉर 6 months, say how your work could be done while you are away, ask for his or help in arranging it। 150 ਵਰਡ ਦੇ ਵਿੱਚ ਇਸ ਨੂੰ ਕੰਪਲੀਟ ਕਰਨਾ ਵਾ ਅਤੇ ਤੁਹਾਨੂੰ ਆਪਣਾ ਐਡਰੈਸ ਲਿਖਣ ਦੀ ਜ਼ਰੂਰਤ ਨਹੀਂ ਆ। ਬਿਗਿਨ ਯੂਅਰ ਲੈਟਰ ਐਜ਼ ਫੋਲੋਜ਼ ਡੀਅਰ। ਰਾਈਟਿੰਗ ਮੋਡਿਊਲ ਪਾਰਟ 1 ਜਨਰਲ ਟ੍ਰੇਨਿੰਗ ਲੈਟਰ। ਇਨਫਾਰਮਲ ਲੈਟਰ ਦੀ ਐਗਜ਼ਾਮਪਲ ਦੇਖੋ। ਇਸ ਟਾਸਕ 'ਤੇ ਤੁਸੀਂ 20 ਮਿੰਟਸ ਜਿਹੜੇ ਉਹ ਸਪੈਂਡ ਕਰਨੇ ਆ। ਤੁਸੀਂ ਅਬਰੋਡ ਸਟੱਡੀ ਕਰਨ ਗਏ ਹੁੰਦੇ ਜੇ, ਤੁਹਾਡਾ ਉੱਥੇ ਇੱਕ ਦੋਸਤ ਬਣਿਆ ਹੁੰਦਾ ਵਾ ਅਤੇ ਉਹ ਤੁਹਾਨੂੰ ਲਿਖਦਾ ਵਾ ਕਿ ਤੁਸੀਂ ਆਪਣੀ ਕੰਟਰੀ ਦੇ ਵਿੱਚ ਉਸ ਲਈ ਕੋਈ ਜੋਬ ਲੱਭੋ। ਤੁਸੀਂ ਕਿਸੇ ਜੋਬ ਬਾਰੇ ਸੁਣਿਆ ਹੁੰਦਾ ਵਾ ਲੋਕਲ ਦੇ ਵਿੱਚ ਅਤੇ ਉਸ ਦੇ ਨਾਲ ਰਿਲੇਟਡ ਤੁਸੀਂ ਆਪਣੇ ਦੋਸਤ ਨੂੰ ਇੱਕ ਲੈਟਰ ਲਿਖਣੀ ਆ ਅਤੇ ਉਸ ਲੈਟਰ 'ਚ ਕੀ ਲਿਖਣਾ ਵਾ ਟੈਲ ਯੂਅਰ ਫਰੈਂਡ ਅਬਾਊਟ ਦਾ ਜੋਬ ਐਂਡ ਵਾਟ ਸੌਰਟ ਆਫ ਵਰਕ ਇਟ ਇਨਵੋਲਵਸ, ਸੇ ਵਾਈ ਯੂ ਥਿੰਕ ਦਾ ਜੋਬ ਵੁੱਡ ਬੀ ਸੂਟੇਬਲ ਫॉर ਹਿਮ ਹਰ, ਐਕਸਪਲੇਨ ਹਾਊ ਟੂ ਅਪਲਾਈ ਫॉर ਦਾ ਜੋਬ। 150 ਵਰਡਸ ਦੇ ਵਿੱਚ ਇਸ ਨੂੰ ਲਿਖਣਾ ਵਾ ਲੈਟਰ ਨੂੰ ਅਤੇ ਤੁਹਾਨੂੰ ਆਪਣਾ ਐਡਰੈਸ ਲਿਖਣ ਦੀ ਜ਼ਰੂਰਤ ਨਹੀਂ ਆ। ਬਿਗਿਨ ਯੂਅਰ ਲੈਟਰ ਐਜ਼ ਫੋਲੋਜ਼ ਡੀਅਰ। ਰਾਈਟਿੰਗ ਮੋਡਿਊਲ ਟਿਪਸ ਫॉर ਐਸੇ। ਪਾਰਟ 2 ਦੇ ਵਿੱਚ ਆਪਾਂ ਐਸੇ ਲਿਖਣਾ ਹੁੰਦਾ ਵਾ ਰਾਈਟਿੰਗ ਮੋਡਿਊਲ ਦੇ ਵਿੱਚ। ਇਸ ਦੇ ਵਿੱਚ 3 ਚੀਜ਼ਾਂ ਹੁੰਦੀਆਂ ਵਾ ਐਸੇ ਲਿਖਣ ਦੇ ਵਿੱਚ।
इंट्रोडक्शन, बॉडी, कनक्लूजन। ਜਿਹੜਾ ਇੰਟਰੋਡਕਸ਼ਨ ਵਾਲਾ ਪਾਰਟ ਹੁੰਦਾ ਉਸ ਲਈ ਤੁਸੀਂ ਇੱਕ ਪੈਰਾਗ੍ਰਾਫ ਲਿਖਣਾ ਹੁੰਦਾ ਵਾ। ਇਹ ਤੁਹਾਡਾ ਫਸਟ ਇੰਪਰੈਸ਼ਨ ਹੁੰਦਾ ਵਾ, ਜਿਹਨੇ ਪੇਪਰ ਚੈੱਕ ਕਰਨਾ ਹੁੰਦਾ ਵਾ ਉਸ ਲਈ। ਪੇਪਰ ਚੈੱਕ ਕਰਨ ਵਾਲੇ 'ਤੇ ਇੱਕ ਇੰਪਰੈਸ਼ਨ ਪਾਉਣ ਲਈ ਤੁਸੀਂ ਪ੍ਰੋਪਰ ਇੰਟਰੋਡਕਸ਼ਨ ਜਿਹੜੀ ਉਹ ਐਸੇ ਲਈ ਲਿਖਣੀ ਆ। ਬਾਅਦ 'ਚ ਆਉਂਦੀ ਆ ਬੋਡੀ। ਬੋਡੀ ਦੇ ਵਿੱਚ ਤੁਸੀਂ 1, 2, 3 ਜਾਂ ਜਿੰਨੇ ਵੀ ਚਾਹੁੰਦੇ ਪੈਰਾਗ੍ਰਾਫਸ ਜਿਹੜੇ ਉਹ ਲਿਖਣੇ ਹੁੰਦੇ ਆ। ਫਿਰ ਆਉਂਦਾ ਵਾ ਕਨਕਲੂਜਨ। ਕਨਕਲੂਜਨ ਦਾ ਵੀ ਇੱਕ ਕਿਹੜਾ ਪੈਰਾਗ੍ਰਾਫ ਲਿਖਣਾ ਹੁੰਦਾ ਵਾ। ਇਸ ਦੇ ਵਿੱਚ 5 ਟਾਈਪਸ ਹੁੰਦੇ ਆ। 5 ਟਾਈਪਸ ਆਫ ਐਸੇ ਜਿਹੜੇ ਉਹ ਆ ਸਕਦੇ ਆ ਰਾਈਟਿੰਗ ਮੋਡਿਊਲ ਦੇ ਵਿੱਚ। ਐਗਰੀ ਔਰ ਡਿਸਐਗਰੀ, ਐਡਵਾਂਟੇਜਸ ਔਰ ਡਿਸਐਡਵਾਂਟੇਜਸ, ਡਿਸਕਸ਼ਨ, ਪ੍ਰੋਬਲਮ ਐਂਡ ਸੋਲਿਊਸ਼ਨ, ਡਾਇਰੈਕਟ ਕੁਐਸਚਨ। ਰਾਈਟਿੰਗ ਮੋਡਿਊਲ ਐਸੇ ਟਾਈਪਸ। ਟਾਈਪ ਫਸਟ, ਐਗਰੀ ਔਰ ਡਿਸਐਗਰੀ। ਇਸ ਤਰ੍ਹਾਂ ਦੇ ਐਸੇ ਟਾਈਪ ਦੇ ਵਿੱਚ ਤੁਸੀਂ ਕਿਸੇ ਸਟੇਟਮੈਂਟ ਦੇ ਉੱਤੇ ਐਗਰੀ ਜਾਂ ਡਿਸਐਗਰੀ ਹੋ ਕੇ ਐਸੇ ਲਿਖਣਾ ਹੁੰਦਾ ਵਾ। ਫੋਰ ਐਗਜ਼ਾਮਪਲ, ਗਵਰਨਮੈਂਟ ਸ਼ੁੱਡ spend more money on education than on recreation and sports. Do you agree or disagree? ਇੱਕ ਸਟੇਟਮੈਂਟ ਦਿੱਤੀ ਆ ਕਿ ਗਵਰਨਮੈਂਟ ਜਿਹੜੀ ਉਹ ਉਸ ਨੂੰ ਜ਼ਿਆਦਾ ਮਨੀ ਜਿਹੜੀ ਉਹ ਸਪੈਂਡ ਕਰਨੀ ਚਾਹੀਦੀ ਆ ਰੀਕ੍ਰੀਏਸ਼ਨ ਅਤੇ ਸਪੋਰਟਸ ਨਾਲੋਂ ਐਜੂਕੇਸ਼ਨ ਦੇ ਉੱਤੇ। ਇਸ ਦੇ ਨਾਲ ਤੁਸੀਂ ਜੇ ਐਗਰੀ ਕਰਦੇ ਜੇ ਜਾਂ ਡਿਸਐਗਰੀ ਕਰਦੇ ਜੇ ਉਸ ਦੇ ਆਧਾਰ 'ਤੇ ਤੁਸੀਂ ਇੱਕ ਐਸੇ ਲਿਖਣਾ ਹੁੰਦਾ ਵਾ। ਇਹ 250 ਵਰਡਸ ਐਟਲੀਸਟ 250 ਵਰਡਸ ਦਾ ਜਿਹੜਾ ਐਸੇ ਹੋਣਾ ਚਾਹੀਦਾ ਵਾ। ਰਾਈਟਿੰਗ ਮੋਡਿਊਲ ਐਸੇ ਟਾਈਪਸ। ਟਾਈਪ 2, ਐਡਵਾਂਟੇਜਸ ਐਂਡ ਡਿਸਐਡਵਾਂਟੇਜਸ। ਇਸ ਦੇ ਵਿੱਚ ਆਪਾਂ ਕਿਸੇ ਸਟੇਟਮੈਂਟ ਦੇ ਆਧਾਰ 'ਤੇ ਉਸ ਦੇ ਐਡਵਾਂਟੇਜਸ ਜਾਂ ਡਿਸਐਡਵਾਂਟੇਜਸ ਦੱਸਣੇ ਹੁੰਦੇ ਆ। ਫੋਰ ਐਗਜ਼ਾਮਪਲ, ਮਲਟੀਨੈਸ਼ਨਲ ਕੰਪਨੀਜ਼ ਆਰ ਬਿਕਮਿੰਗ ਇਨਕਰੀਜ਼ਿੰਗਲੀ ਕਾਮਨ in developing countries. What are the advantages and disadvantages of this? ਇੱਕ ਸਟੇਟਮੈਂਟ ਦਿੱਤੀ ਗਈ ਆ ਕਿ ਮਲਟੀਨੈਸ਼ਨਲ ਕੰਪਨੀ ਜਿਹੜੀਆਂ ਉਹ ਬਹੁਤ ਵੱਧ ਰਹੀਆਂ ਵਾ ਡਿਵੈਲਪਿੰਗ ਕੰਟਰੀਜ਼ ਦੇ ਵਿੱਚ। ਇਸ ਦੇ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਆਪਾਂ ਦੱਸ ਕੇ ਇੱਕ ਐਸੇ ਲਿਖਣਾ ਵਾ। ਇਹ ਐਟਲੀਸਟ 250 ਵਰਡਸ ਦਾ ਐਸੇ ਹੋਣਾ ਚਾਹੀਦਾ ਵਾ। ਰਾਈਟਿੰਗ ਮੋਡਿਊਲ ਐਸੇ ਟਾਈਪਸ। ਟਾਈਪ 3, ਡਿਸਕਸ਼ਨ। ਇਸ ਦੇ ਵਿੱਚ ਆਪਾਂ ਨੂੰ ਕੋਈ 2 ਵਿਊਜ਼ ਦਿੱਤੇ ਗਏ ਹੁੰਦੇ ਆ, ਉਹਨਾਂ ਨੂੰ ਆਪਾਂ ਡਿਸਕਸ ਕਰਕੇ ਆਪਣਾ ਓਪੀਨੀਅਨ ਦੇ ਕੇ ਇੱਕ ਐਸੇ ਲਿਖਣਾ ਹੁੰਦਾ ਵਾ। ਇਸ ਦੇ ਵਿੱਚ ਐਗਜ਼ਾਮਪਲ ਦੇਖੋ ਕਿ ਕੁਝ ਲੋਕ ਜਿਹੜੇ ਉਹ ਇਹ ਕਹਿੰਦੇ ਆ ਕਿ ਇਹ ਵਧੀਆ ਗੱਲ ਆ ਕਿ ਜਿਹੜੇ ਬੱਚਿਆਂ ਦੇ ਵਿੱਚ ਆ ਕੰਪੀਟੀਸ਼ਨ ਦੀ ਭਾਵਨਾ ਨੂੰ ਇਨਕਰੇਜ ਕਰਨਾ ਚਾਹੀਦਾ ਵਾ, ਪਰ ਕੁਝ ਲੋਕ ਕਹਿੰਦੇ ਆ ਕਿ ਬੱਚਿਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਦੀ ਜਗ੍ਹਾ ਉਹਨਾਂ ਨੂੰ ਕੋਆਪਰੇਟਿਵ ਬਣਾਉਣਾ ਚਾਹੀਦਾ ਵਾ ਤਾਂ ਕਿ ਉਹ ਚੰਗੇ ਅਡਲਟਸ ਬਣ। ਡਿਸਕਸ ਬੋਥ ਵਿਊਜ਼। ਦੋਨਾਂ ਵਿਊਜ਼ ਨੂੰ ਆਪਾਂ ਡਿਸਕਸ ਕਰਕੇ ਅਤੇ ਆਪਣਾ ਓਪੀਨੀਅਨ ਦੇ ਕੇ 250 ਵਰਡਸ ਦੇ ਵਿੱਚ ਇੱਕ ਐਸੇ ਲਿਖਣਾ ਹੁੰਦਾ ਵਾ। ਰਾਈਟਿੰਗ ਮੋਡਿਊਲ ਐਸੇ ਟਾਈਪਸ। ਟਾਈਪ 4, ਪ੍ਰੋਬਲਮ ਐਂਡ ਸਲਿਊਸ਼ਨ। ਇਸ ਦੇ ਵਿੱਚ ਕੋਈ ਪ੍ਰੋਬਲਮ ਦਿੱਤੀ ਗਈ ਹੁੰਦੀ ਆ ਅਤੇ ਉਸ ਦੇ ਸਲਿਊਸ਼ਨ ਨੂੰ ਆਪਾਂ ਲਿਖ ਕੇ ਇੱਕ ਐਸੇ ਲਿਖਣਾ ਹੁੰਦਾ ਵਾ। ਫੋਰ ਐਗਜ਼ਾਮਪਲ, ਇਸ ਦੇ ਵਿੱਚ ਦੱਸਿਆ ਵਾ ਕਿ ਕੁਝ ਕੰਟਰੀਜ਼ ਦੇ ਵਿੱਚ ਜਿਹੜੀ ਉਹ ਐਵਰੇਜ ਵੇਟ ਆ ਲੋਕਾਂ ਦਾ ਉਹ ਇਨਕਰੀਜ਼ ਹੋਣ ਡਿਆ ਵਾ ਅਤੇ ਉਹਨਾਂ ਦਾ ਜਿਹੜਾ ਹੈਲਥ ਦਾ ਲੈਵਲ ਆ ਅਤੇ ਫਿਟਨੈਸ ਦਾ ਲੈਵਲ ਆ ਉਹ ਡਿਕਰੀਜ਼ ਹੋਣ ਡਿਆ ਵਾ, ਮਤਲਬ ਘੱਟ ਰਿਹਾ ਵਾ। ਵਾਟ ਡੂ ਯੂ ਥਿੰਕ ਆਰ ਦਾ ਕਾਜ਼ਸ ਆਫ ਦੀਜ਼ ਪ੍ਰੋਬਲਮਸ? ਇਹਨਾਂ ਪ੍ਰੋਬਲਮਸ ਦੇ ਕੀ ਕਾਜ਼ਸ ਹੋ ਸਕਦੇ ਆ ਅਤੇ ਕਿਹੜੇ ਮੇਜਰਸ ਆ, ਮਤਲਬ ਕੀ ਸਲਿਊਸ਼ਨਸ ਹੋ ਸਕਦੇ ਆ। ਇਹਨਾਂ ਨੂੰ ਲਿਖ ਕੇ ਆਪਾਂ 250 ਵਰਡਸ ਦੇ ਵਿੱਚ ਇੱਕ ਐਸੇ ਲਿਖਣਾ ਹੁੰਦਾ ਵਾ। ਰਾਈਟਿੰਗ ਮੋਡਿਊਲ ਐਸੇ ਟਾਈਪਸ। ਟਾਈਪ 5, ਡਾਇਰੈਕਟ ਕੁਐਸ਼ਚਨਸ। ਇਸ ਦੇ ਵਿੱਚ ਕੋਈ ਸਟੇਟਮੈਂਟ ਦਿੱਤੀ ਗਈ ਹੁੰਦੀ ਆ ਅਤੇ ਉਸ ਦੇ ਨਾਲ ਰਿਲੇਟਡ ਤੁਹਾਨੂੰ ਡਾਇਰੈਕਟ ਕੁਐਸ਼ਚਨਸ ਜਿਹੜੇ ਉਹ ਪੁੱਛੇ ਗਏ ਹੁੰਦੇ ਆ। ਉਹਨਾਂ ਕੁਐਸ਼ਚਨਸ ਦੇ ਆਨਸਰਸ ਦੇ ਕੇ ਆਪਾਂ 250 ਵਰਡਸ ਦੇ ਵਿੱਚ ਇੱਕ ਐਸੇ ਕੰਪਲੀਟ ਲਿਖਣਾ ਹੁੰਦਾ ਵਾ। ਇੱਥੇ ਐਗਜ਼ਾਮਪਲ ਦੇਖੋ ਡਾਇਰੈਕਟ ਕੁਐਸ਼ਚਨਸ ਦੀ ਕਿ ਅੱਜ ਦੇ ਦਿਨਾਂ ਦੇ ਵਿੱਚ ਜਿਹੜੇ ਉਹ ਲੋਕ ਆ ਉਹ ਆਪਸ 'ਚ ਜੋ ਇੰਟਰੈਕਟ ਕਰਦੇ ਆ ਉਹ ਬਹੁਤ ਚੇਂਜ ਹੋ ਚੁੱਕਾ ਵਾ ਟੈਕਨੋਲੋਜੀ ਦਾ ਕਰਕੇ। ਇਸ ਸਟੇਟਮੈਂਟ ਦੇ ਆਧਾਰ 'ਤੇ 2 ਕੁਐਸ਼ਨ ਪੁੱਛੇ ਗਏ ਆ ਕਿ ਕਿਸ ਤਰ੍ਹਾਂ ਟੈਕਨੋਲੋਜੀ ਨੇ ਜਿਹੜਾ ਉਹ ਅਫੈਕਟ ਕੀਤਾ ਵਾ ਰਿਲੇਸ਼ਨਸ਼ਿਪਸ ਨੂੰ, ਜਿਹੜੇ ਪੀਪਲ ਬਣਾਉਂਦੇ ਆ ਮਤਲਬ ਲੋਕ ਬਣਾਉਂਦੇ ਆ, ਅਤੇ ਇਹ ਪੋਜ਼ੀਟਿਵ ਕਿ ਨੈਗੇਟਿਵ ਡਿਵੈਲਪਮੈਂਟ ਬਣਿਆ ਵਾ। ਇਹ 2 ਕੁਐਸ਼ਨਸ ਜਿਹੜੇ ਉਹ ਪੁੱਛੇ ਗਏ ਆ। ਨਾਓ ਡੇਜ਼ ਦਾ ਵੇ ਪੀਪਲ ਇੰਟਰੈਕਟ ਵਿਦ ਈਚ ਅਦਰ ਹੈਜ਼ ਚੇਂਜਡ ਬਿਕੋਜ਼ ਆਫ ਟੈਕਨੋਲੋਜੀ। ਇਸ ਸਟੇਟਮੈਂਟ ਦੇ ਆਧਾਰ 'ਤੇ ਇਹਨਾਂ ਦੇ ਆਨਸਰਸ ਦੇ ਕੇ ਆਪਾਂ 250 ਵਰਡਸ ਦੇ ਵਿੱਚ ਐਸੇ ਲਿਖਣਾ ਵਾ। So this is end of our today's video. If you like my work, please like this video, subscribe our channel, share with others, comment for any questions and suggestions. ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਦੂਜਿਆਂ ਨਾਲ ਸ਼ੇਅਰ ਕਰੋ ਅਤੇ ਕਮੈਂਟ ਕਰੋ ਆਪਣੇ ਕੁਐਸ਼ਨਸ ਅਤੇ ਸੁਜੈਸ਼ਨਸ, ਐਂਡ ਡੋਂਟ ਫੋਰਗੇਟ ਟੂ ਪ੍ਰੈਸ ਦਾ ਬੈਲ ਆਈਕਨ।